वाहिगुरु जी का खालसा वाहिगुरु जी की फतेह। सतगुरां दी अमृतमई गोद विच दिन दे पिछले पहर दे दीवाना अंदर बड़े ही सत्कार सहत आप जी जो बैठे हो, भागा भरिया समा प्राप्त होया। आओ इस समय को सफला बढ़ाइए। सतगुरां दे वरताए होए पावन चूजां दे विचों आप जी ने सरवण कीता सी। काम रूप देश दे विच भाई मरदाना जी नूं कुछ औरतां ने तंत्र विद्या दे नाल पेटू बना के कीले नाल बन दिता। बड़ियां अरदासां ते पुकारां तो बाद दीन दुनिया दे मालिक आप चल के उस घर विच आए। भाई मरदाना जी दी तरस भरी हालत वेखी। जियो ही सतगुर जी इस वेड़े विच बड़े ने, उन्हां औरतां ने अपनियां अदावां दे जाल पाउणे शुरू कीते। रबी नूर गुरु नानक साहब सच्चे पातशाह जी ते कोई प्रभाव ना पिया। एक औरत ने दौड़ करके भाई बाला जी दे गल दे विच धागा पाउण दी कोशिश की, वो भेट बन गई। जदों दूजी औरत ने बड़ी चलाकी दे नाल गुरु पातशाह जी दे गल विच मंत्रां दी डोर पाउणी चाहिए। नजर भर गुरु साहब ने तकिया, कुत्ती का रूप धारण करके धरती ते इधर उधर भटकदी फिरदी है। दो औरतां डर गईयां, डर के छुप गईयां, लुक गईयां। वो जान गईयां ने ये कोई तपस्वी साधु महात्मा ने जिन्हां ते साडे तंत्र मंत्र जंतर नहीं चले। भाई बाला जी नूं आदेश होया, जाओ मरदाना जी दे गल दा धागा तोड़ो। जिस वेले वो मंत्रां दा बधिया तबीत धागा तोड़िया, भाई मरदाना जी हौली हौली सुध विच आ रहे आ, शरीर विच आ रहे आ। गुरु पातशाह जी दे चरनां ते डिग के रो पए, महाराज मैनूं बख्श लियो, मेरे गुनाह बड़े। इन्हां सारे प्रकरणां नूं आप जी ने बड़े विस्तार सहित सरवण कीता है। आओ कुछ समां मन चित बिरतियां नूं एकाग्र चित बनाइए। पाओ प्रेम दी सांझ, आसीस बख्शो, गज बज के आखो जी सतनाम श्री वाहिगुरु साहिब जी। सतनाम श्री वाहिगुरु साहिब जी। मानव की दे पई फिर मवदाने हूँ की। आए गुर पूरन को कीन तब बंदना। जिस वेले भाई बाला जी ने सतगुरां दा हुक्म मान के मरदाना जी दे गल दा वो धागा तोड़िया, जो मंत्र पढ़ पढ़ के गन्ना दित्तियां होईयां। धागा टुटण दी देर सी, एकदम उठे ने, सुरत विच होश विच समझ विच आए ने। सामने वेखिया गुरु नानक पातशाह खड़े आ। भज के भाई मरदाना जी ने सतगुरां दे चरण परसे, चरनां ते डिग पिया। रो रो के माफियां मंगदा, हजूर मैनूं बख्शियो, मैं गुनहगार हां तुहाडा। इस देश विच, इस इलाके विच मेरा तुहाडे वाजो कोई नहीं। वड्डी जो भलाई
ਤਿਨ ਮਹਿ ਲੀਏ ਬਿਹਰਟ ਸੁਦੋ ਮਨ ਮੇਰੋ ਹੋ ਸੋ ਜਾਨੋ ਛੰਦ ਬੰਦਨਾ। ਪਾਤਸ਼ਾਹ ਮੇਰਾ ਮਨ ਬੜਾ ਟੇਢਾ ਸੀ, ਆ ਵੱਡੀਆਂ ਵੱਡੀਆਂ ਬਲਾਵਾਂ ਤੋਂ ਤੁਸੀਂ ਬਚਾ ਲਿਆ, ਵਰਨਾ ਇੱਥੇ ਕਿਹਨੇ ਛੁਡਾਉਣਾ ਸੀ। ਹੱਸ ਪਏ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਮੁਸਕਰਾਏ, ਕਹਿੰਦੇ ਮਨ ਹੁਣ ਕਿੰਨਾ ਕੁ ਟੇਢਾ ਹੈ, ਅਜੇ ਵੀ ਮਨ ਨੇ? ਕਹਿੰਦਾ ਨਹੀਂ ਹਜ਼ੂਰ, ਹੁਣ ਤੇ ਤਕਲੇ ਵਾਂਗੂ ਸਿੱਧਾ ਆਖੋ ਸਤਨਾਮ। ਜਦੋਂ ਬਲ ਸੀ ਉਦੋਂ ਨਹੀਂ ਮੰਨੀ, ਮਨ ਸਿੱਧਾ ਹੋ ਗਿਆ। ਤੇ ਜਦੋਂ ਮਨ ਵਿੱਚ ਬਲ ਹੁੰਦੇ ਆ, ਮਨ ਆਪਣੀਆਂ ਮਨ ਆਈਆਂ ਕਰਦਾ ਹੈ, ਆਪਣੀਆਂ ਮਰਜ਼ੀਆਂ ਕਰਦਾ ਹੈ, ਤੇ ਜਦੋਂ ਮਰਜ਼ੀਆਂ ਕਰਕੇ ਹਟਦਾ ਉਦੋਂ ਨੂੰ ਵਕਤ ਲੰਘ ਜਾਂਦਾ, ਫਿਰ ਪੱਲੇ ਪਛਤਾਵਾ ਰਹਿ ਜਾਂਦਾ ਹੈ। ਉਹ ਤੇ ਗੁਰੂ ਸਾਹਿਬ ਨੇ ਆ ਕੇ ਸੁਣ ਲਈ, ਵਕਤ ਰਹਿੰਦੇ ਸਿਰ ਸੱਚੇ ਪਾਤਸ਼ਾਹ ਆਪ ਪੁੱਜ ਗਏ ਨੇ। ਇਸੇ ਕਰਕੇ ਭਾਈ ਮਰਦਾਨਾ ਕਹਿੰਦੇ ਮਰਦ ਹੁਣ ਮਨ ਮੇਰਾ ਸਿੱਧਾ ਹੈ। ਪਹਿਲਾਂ ਇਹ ਫਰੇਬ ਕਰਦਾ ਸੀ, ਨਾਨਕ ਬਖਾਨਾ ਸੁਣ ਕਾਨ ਮਰਦਾਨਾ, ਨਹਿ ਬੈਨ ਮਮ ਮਾਨਾ, ਤੁਮ ਕਰੀ ਮਨ ਪਾਈਆ। ਦੀਨ ਦੁਨੀਆ ਦੇ ਮਾਲਕ ਬੜਾ ਦਲਾਸਾ ਦੇ ਕੇ ਭਾਈ ਮਰਦਾਨਾ ਜੀ ਨੂੰ ਥਾਪੜਾ ਦੇ ਕੇ ਕਹਿੰਦੇ ਵੇ ਮਰਦਾਨਿਆ ਸੁਣ ਸਾਡੀ। ਉਦੋਂ ਤੇ ਨਹੀਂ ਸੁਣੀ, ਅੱਜ ਸੁਣ ਲੈ। ਜੇ ਉਸ ਵੇਲੇ ਸਾਡੀ ਮੰਨੀ ਹੁੰਦੀ ਆ ਤੇ ਤੇਰੀ ਇਹ ਹਾਲਤ ਨਾ ਹੁੰਦੀ, ਤੂੰ ਆਪਣੀ ਮਰਜ਼ੀ ਕੀਤੀ, ਪਰ ਅਸੀਂ ਅੱਜ ਫੇਰ ਤੇਰੀ ਮਰਜ਼ੀ ਦੇ ਮੁਤਾਬਕ ਆਏ ਆ। ਤੂੰ ਭਾਵੇਂ ਆਪਣੀ ਮਰਜ਼ੀ ਕਰਕੇ, ਜੇ ਉਦੋਂ ਮੰਨ ਲੈਂਦਾ ਅੱਜ ਇਹ ਦਿਨ ਤੈਨੂੰ ਦੇਖਣੇ ਨਾ ਪੈਂਦੇ। ਸ਼ਰਮਿੰਦਾ ਹੋ ਕੇ ਆਖਣ ਲੱਗਿਆ, ਕਹਿੰਦਾ ਪਾਤਸ਼ਾਹ ਸੱਚਮੁੱਚ ਅੱਜ ਮੈਨੂੰ ਬੜੀ ਸ਼ਰਮ ਆ ਰਹੀ। ਮੈਂ ਉਸ ਵੇਲੇ ਨੂੰ ਪਛਤਾਉਣਾ ਜਿਸ ਵੇਲੇ ਮੈਂ ਆਪ ਜੀ ਦਾ ਬਚਨ ਟਿੱਚ ਜਾਣ ਕੇ ਬੋਲਦਾ ਵੀ ਬਾਬਾ ਤੁਸੀਂ ਤੇ ਐਵੇਂ ਡਰਾਉਂਦੇ ਹੋ, ਪਿੰਡ ਵਿੱਚ ਨਾ ਜਾਈ, ਸ਼ਹਿਰ ਵਿੱਚ ਨਾ ਜਾਈ। ਪਰ ਪਾਤਸ਼ਾਹ ਮੈਨੂੰ ਅੱਜ ਪਤਾ ਲੱਗਿਆ ਤੁਸੀਂ ਕਿੰਨਾ ਗਹਿਰਾ ਸੋਚਦੇ ਹੋ, ਆਪਣੇ ਪਿਆਰਿਆਂ ਦਾ ਕਿੰਨਾ ਫਿਕਰ ਕਰਦੇ ਹੋ। ਵਨਤ ਪਰਸ ਪਰ ਐਸੇ ਹੀ ਬਚਨ ਗੁਰੂ, ਤਾਹੀ ਕਾਲ ਵਿਖੇ ਕੰਤ ਆਂਗਣਾ ਕੀ ਆਈਆ। ਇੰਨੇ ਬਚਨ ਕਹਿ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਉਹ ਆਪਣੇ ਨਹੀਂ ਹੁੰਦੇ ਜੋ ਅਹਿਸਾਨ ਜਤਾਉਂਦੇ ਆ, ਜੋ ਭਲਾ ਕਰਕੇ ਬਾਰ-ਬਾਰ ਸੁਣਾਉਂਦੇ ਆ। ਮਰਦਾਨਿਆ ਅਸੀਂ ਕੁਝ ਨਹੀਂ ਕੀਤਾ, ਤੂੰ ਸਾਡਾ ਸੀ ਅਸੀਂ ਤੇਰੇ ਆ, ਤੂੰ ਚੇਤੇ ਕੀਤਾ ਸਾਡਾ ਫਰਜ਼ ਸੀ ਅਸੀਂ ਆ ਗਏ ਆ। ਕਿੱਡਾ ਵੱਡਾ ਵਡੱਪਣ ਹੈ ਗੁਰੂ ਨਾਨਕ ਸਾਹਿਬ ਜੀ ਦਾ। ਕੋਈ ਅੱਜ ਦੇ ਕਲਯੁਗੀ ਗੁਰੂ ਤੇ ਆਪਣੇ ਚੇਲਿਆਂ ਨੂੰ ਅਹਿਸਾਨਾਂ ਨਾਲ ਮਾਰ ਦਿੰਦੇ ਆ। ਬੰਦਾ ਸਾਰੀ ਜ਼ਿੰਦਗੀ ਸੋਚਦਾ ਹੀ ਨਹੀਂ ਮੇਰਾ ਬੜਾ ਕੀਤਾ, ਹੀ ਨਹੀਂ ਮੇਰਾ ਸਾਥ ਦਿੱਤਾ, ਜੇ ਇਦਾਂ ਹੋ ਗਿਆ ਪਤਾ ਨਹੀਂ ਕੀ ਹੋ ਜਾਣਾ ਹੈ। ਗੁਰੂ ਸਾਹਿਬ ਕਹਿੰਦੇ ਇਹ ਇੱਕ ਬੁਰਾ ਦੌਰ, ਬੁਰਾ ਸਮਾਂ ਸਮਝ ਕੇ ਮਰਦਾਨਿਆਂ ਭੁੱਲ ਜਾ। ਪਰ ਭਾਈ ਮਰਦਾਨਾ ਜੀ ਤੋਂ ਭੁੱਲਿਆ ਨਹੀਂ ਜਾਂਦਾ। ਐਡਾ ਵੱਡਾ ਸੰਤਾਪ ਦੁੱਖ ਜੀ ਨੇ ਹੰਢਾਇਆ, ਜਿਹਦੀ ਦੇਹ ਸਰੀਰ ਪਲਟ ਗਿਆ, ਕਿ ਪਲ ਭੁੱਲੇ ਜਾ ਸਕਦੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਥਾਪੜਾ ਦੇ ਕੇ ਉਸ ਦਹਲੀਜ਼ ਤੋਂ, ਦਰਵਾਜ਼ੇ ਤੋਂ ਬਾਹਰ ਆ ਗਏ ਗਲੀ ਦੇ ਵਿੱਚ। ਪਰ ਇੱਥੇ ਹੁਣ ਕੋਈ ਔਰਤ ਨਜ਼ਰ ਨਹੀਂ ਆਉਂਦੀ। ਇੰਨੇ ਨੂੰ ਇਹਨਾਂ ਔਰਤਾਂ ਦੇ ਪਤੀ ਘਰੇ ਆ ਗਏ। ਚਾਰਾਂ ਦੇ ਪਤੀ ਆਏ ਆ, ਦੋ ਲੁਕੀਆਂ ਹੋਈਆਂ ਨੇ, ਇੱਕ ਭੇਡ ਬਣ ਕੇ ਘੁੰਮਦੀ ਆ, ਦੂਜੀ ਕੁੱਤੀ ਦੇ ਰੂਪ 'ਚ। ਜਦੋਂ ਘਰ ਵਿੱਚ ਆਏ ਉਹਨਾਂ ਨੇ ਆਪਣੀਆਂ ਪਤਨੀਆਂ ਨੂੰ ਆਵਾਜ਼ ਮਾਰੀ, ਪਰ ਕੋਈ ਨਾ ਆਇਆ। ਗੁਰੂ ਸਾਹਿਬ ਗਲੀ ਵਿੱਚ ਏਦਾਂ ਖੜੇ ਆ, ਤਿੰਨੋਂ ਫਕੀਰ ਜਿਵੇਂ ਕੋਈ ਅਜਨਬੀ ਹੋਵੇ। ਉਹਨਾਂ ਲੋਕਾਂ ਨਜ਼ਰਾਂ ਭਰ ਕੇ ਵੇਖਿਆ ਵੀ ਇਹ ਬੰਦੇ ਸਿੱਧੇ ਸਾਧੇ ਖੜੇ ਆ, ਇਹਦਾ ਮਤਲਬ ਕੁਝ ਬੁਰਾ ਹੋ ਗਿਆ। ਵੀ ਜੇ ਸਾਡੀਆਂ ਔਰਤਾਂ ਸਹੀ ਸਲਾਮਤ ਹੋਣ ਤੇ ਬੰਦੇ ਬੰਦੇ ਨਾਲ ਰਹਿੰਦੇ, ਆਖੋ ਸਤਨਾਮ। ਏਦਾਂ ਮਾਣ ਸੀ ਉਹਨਾਂ ਨੂੰ ਆਪਣੀਆਂ ਘਰ ਵਾਲੀਆਂ ਤੇ। ਉਹ ਜਾਣਦੇ ਸੀ ਇਹ ਬਾਦੇ ਔਰਤਾਂ ਇਹ ਬੁਰੀਆਂ ਨੇ, ਇਹਨਾਂ ਮਾੜੇ ਕੰਮ ਕਰਨੇ ਨੇ, ਚਰਿੱਤਰਹੀਣ ਨੇ, ਇਹਨਾਂ ਦਾ ਕਰਮ ਹੀ ਐਸਾ ਹੈ। ਪਰ ਜਿਸ ਵੇਲੇ ਵੇਖਿਆ ਵੀ ਉਹ ਕਿਤੇ ਨਜ਼ਰ ਨਹੀਂ ਆਉਂਦੀਆਂ, ਆਵਾਜ਼ਾਂ ਮਾਰੀਆਂ, ਦਿਸਦੀਆਂ ਨਹੀਂ ਕਿਤੇ। ਘਰ ਵਿੱਚ ਇੱਕ ਭੇਡ ਤੁਰੀ ਫਿਰਦੀ, ਇੱਕ ਕੁੱਤੀ ਤੁਰੀ ਫਿਰਦੀ ਹੈ। ਪਰ ਉਹਨਾਂ ਲਈ ਇਹ ਕੋਈ ਅੱਤ ਕਥਨੀ ਵੱਡੀ ਗੱਲ ਨਹੀਂ ਸੀ। ਉਹਨਾਂ ਨੂੰ ਲੱਗਦਾ ਸੀ ਵੀ ਸਾਡੀਆਂ ਪਤਨੀਆਂ ਮੰਤਰ ਪੜ੍ਹ ਕੇ ਲੋਕਾਂ ਨੂੰ ਇਹ ਕੁਝ ਬਣਾਉਂਦੀਆਂ ਰਹਿੰਦੀਆਂ, ਇਸ ਲਈ ਉਹ ਪਛਾਣ ਸਕੇ ਨਾ। ਦੋਰ ਘਰ ਕੁਕਰੀ ਹੋ ਮਿਟ ਗਈ ਪਤ ਪਾਸ, ਗੁਰੂ ਦਿਸ਼ ਹੋਏ ਬਾਰ ਬਾਰ ਤਾਂ ਬਤਾਈਆ। ਹੁਣ ਜਿਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਬਾਹਰ ਖੜੇ ਆ, ਕਹਿੰਦੇ ਸੁਰਤ ਉਹਨਾਂ ਨੂੰ ਵੀ ਹੈ, ਸਰੀਰ ਹੀ ਬਦਲੇ ਆ, ਅੰਦਰੋਂ ਤੇ ਰੂਹ ਉਹੀ ਹੈ।
अपने पति नूं पछाण के जिहड़ी भेड बनी सी कोले आई भी मैं बोल ते सकदी कुछ नहीं ना मैनूं कोई समझे मैनूं इशारा ही करदे आ भी वेखी किते जे फकीर चले गए ना घर च भेडां दा बाड़ा ही रह जाना। आखो सतनाम इत्थे किहने छड़ाउणा है। अपने पति के कपड़ियां नूं खिच खिच इशारा करे भी फकीरां नूं जानना नहीं उन्हां नूं समझ ना आवे भी भेड़ है भेडां दा की है। भेडां ते अज किन्नियां तुरियां फिरदियां कोई मोदी दी भेड़ है कोई किसी दी भेड़ है भेडां दी किहड़ी इज्जत होंदी। कहते पति ने ढुंड मारिया पासे करती पर वो नहीं जानता भी ये मेरी धर्म पत्नी है ये घर वाली है मेरी। वो फिर वही जता रही है कि तू साडे परिवार का हिस्सा मुखिया है इन्हां फकीरां साधां नूं जानना नहीं वो अपनी बोली च बोलदी पर नहीं समझदा। उधर दूजी जिहड़ी फीमेल है कुत्ती बनी हुई है वो भी अपने पति कोल आई पति नूं किहड़ा समझ आउंदी भी ये अपनी छाण पड़ी है क्योंकि रूप बदल गया भेस बदल गया। बंदा जो किसी लिए खूह पटदा परमात्मा उहदे लई दुआ पट दिंदा है। बुरा सोचण वाला बुरा करन वाला कदे जिंदगी च अगे नहीं बढ़दा उत्थे जो रह जांदा। उहने जो किसी का सोचिया सी उहदे नाल ही होई जांदा वो कहता यार मैं माड़ा कीता नहीं पर मेरा किवें हो गया सोचते रहे ना दायरा ते बन गया ख्याल ते बन गए। बंदे नूं बंदे दे ख्याल मारदे चंगे होण भावें माड़े। जिस वेले ये दोने भजियां फिरदियां गुरु नानक साहब महाराज दरवाजे च खड़े भाई मरदाने नूं दलासा दे रहे आ वो कुब्बा मार के रोंदा ए गुरु देसे होए बोलन शक्त नहीं इत उत दौरी फिरे लागुल हलाए होर राय समझाइया। कदे उन्हां फकीरां साधुआं वल दौड़ के आउंदियां गुरु साहब दे चरनां वल कदे अपने पति वल दसदियां भी इन्हां नूं मिलो। भाई बाला जी कहंदे पूछां मारदियां भरदियां हुण वेड़े च कदे सज्जे कदे खब्बे हुण भेड़ ते कुत्तियां कोल पूछां ही होंदी कदे सज्जे कदे खब्बे। पतियां नूं समझ नहीं आउंदी हुण सुभावक आपां घरे कुत्ता रखिया होवे ओ साडे पैरां नूं आउंदा बाहर नूं जांदा है पर बंदे को समझ आ जाती सियाणे को भी ये कुछ दसदा भी साडे घर दे कोल कोई अजनबी चीज है। पशु करदे पति घूम फिर के आए पर उन्होंने फकीर दिसदे आ साधु दिसदे आ खड़े एक उन्हां च रो रहा है पर एक बहुत प्रतापी है कहंदे भज भज उधर नूं जांदियां ने वो फिर पुछदे आ एक दो औरतां नूं कहंदे ए किहड़ियां तुरियां फिरदियां वो हस के आखण लगियां कहंदे तुहाडीआं धर्म पत्नियां आखो सतनाम किवें हो गया दुखी हो गए पर वो औरतां डरदियां ने किते ये फकीर साडे वल भी वेख ना लैण साडी भी ये वो हालत करनगे। ईज निज देख कर चिंत में बसेख पए जाने कुलवान एह संत को आईया। उस वेले उन्हां दो औरतां ने लुक छिप के इन्हां दे पतियां नूं आके दस्सिया भी कोई संत महात्मा रब दे प्यारे फकीर आए वो इन्हां चांबड़ियां होईयां उन्हां दे गल च धागे पाउणे चाहे कहंदे कौन तुहाडीआं पत्नियां घर वालियां कहंदे अच्छा समझ गए गल। मन च बड़ा पछतावा होया क्योंकि जिहड़ा पापी बंदा हुंदा ना माड़ा बंदा वो माड़े काम करदा करदा कई बार ना किसी इहो जिहे बंदे दे धक्के चढ़ जांदा जिथे फिर वो रोंदा है भुखा मार के भी मैं फस गया। ਜਿਹੜਾ परदेसी आया वाल धागा पाता भेड़ बना के रख लिया कुत्ता बनाता किसी ने गधा बनाता बेकार भुगतियां पर वो मुंह लग्या लग्या महापुरख साधुआं नाल टक्कर ला बैठियां। अंत ते माड़ा ही है ना हंकार किसी भी फील्ड विच होवे। उन्हां दे पति ये गल्लां समझ गए भी इन्हां जो उन्हां नाल कीता हो इन्हां नाल गया मतलब ये साधु करनी वाले आ। बंगाल का जादू जिन्हां ते काम नहीं करता असम का जादू जिन्हां ते काम नहीं करता कामरूप देश की कला जिन्हां ते फेल हो गई है कोई ते बड़े सिद्ध होणगे क्योंकि वो दौर सी सिद्धां दा गोरखनाथ भंगड़नाथ बछिंदरनाथ लोहारी इन्हां सिद्धां दी लोग पूजा बड़ी करते सी पानियां ते तुरदे सी सप्पां दा जहर पी लैंदे सी आकाश विच उठदे सी अग ला लैंदे सी शरीर नूं ते गायब हो जांदे सी। लगा कोई सिद्ध पीर होणगे जिन्हां दे नाल इन्हां मूर्खमती औरतां ने टक्कर लई है इन्हां दा नरादर कीता होना। राम न है किनो इन भयो विपरीत सो कुकरी हो मिडी बन
ਮਨ ਦੁਖ ਪਾਈਆ। ਆਖਰਕਾਰ ਉਹ ਦੋਨੋਂ ਮਰਦ ਆਪਸ ਵਿੱਚ ਗੱਲਾਂ ਕਰਦੇ, ਕਹਿੰਦੇ ਹੁਣ ਅਸੀਂ ਕੀ ਕਰੀਏ, ਕਰਤੂਤਾਂ ਇਹਨਾਂ ਦੀਆਂ ਇਹੋ ਜਿਹੀਆਂ। ਬੰਦੇ ਥੋੜਾ ਚਾਹੁੰਦੇ ਸੀ ਤੰਤਰ ਮੰਤਰ ਕਰਨ, ਪਰਾਏ ਪੁਰਸ਼ਾਂ ਦਾ ਸੰਗ ਕਰਨ, ਉਹ ਤੇ ਦੁਖੀ ਸੀ। ਕਹਿੰਦੇ ਇਹਨਾਂ ਸਾਧੂਆਂ ਮਹਾਂਪੁਰਖਾਂ ਦੇ ਟਾਮਣ ਟੂਣਾ ਟਵੀਤ ਕੀਤਾ ਹੋਣਾ, ਹੁਣ ਆਪਣੀਆਂ ਕੀਤੀਆਂ ਭੁਗਤਦੀਆਂ, ਕਿਸੇ ਦਾ ਬੁਰਾ ਕਰਦੀਆਂ ਸੀ, ਹੁਣ ਆਪਣਾ ਹੋ ਗਿਆ। ਪਤੀ ਵੀ ਨਹੀਂ ਚਾਹੁੰਦੇ ਇਹਨਾਂ ਦਾ ਖਹਿੜਾ ਛੁਡਾਇਆ ਜਾਏ, ਪਰ ਉਹ ਬਾਰ-ਬਾਰ ਪੈਰ ਫੜਦੀਆਂ ਵੀ ਸਾਨੂੰ ਬਖਸ਼ਾ ਲਓ। ਉਹ ਦੋ ਔਰਤਾਂ ਵੀ ਸਾਹਮਣੇ ਆ ਕੇ ਮਿੰਨਤਾਂ ਕਰਦੀਆਂ, ਜੀ ਗਲਤੀ ਹੋ ਗਈ, ਸਾਨੂੰ ਵੀ ਬਖਸ਼ਾਓ, ਅਸੀਂ ਗਲਤੀ ਕਰ ਲਈ। ਇਹਨਾਂ ਨੂੰ ਲੋਕ ਇਕੱਠੇ ਲੋਕਾਂ ਨੇ ਇਕੱਠੇ ਹੋਣਾ ਸੀ, ਹੈਰਾਨ ਹੋਣਾ ਸੀ, ਜਿਹੜੇ ਲੋਕਾਂ ਨੂੰ ਭੇਡਾਂ ਬਣਾਉਂਦੇ ਫਿਰਦੇ ਸੀ, ਆਜ਼ਾਦ ਹੋਈ ਕਰਦੀਆਂ। ਪਤੀ ਕਹਿੰਦੇ ਸੁਧਰ ਨਹੀਂ ਸਕਦੀਆਂ, ਕਿਉਂਕਿ ਜਿਸ ਰੱਸੀ ਵਿੱਚ ਵੱਟ ਪੈ ਗਈ ਉਹ ਕਦੇ ਸਿੱਧੀ ਨਹੀਂ ਹੁੰਦੀ। ਉਹਨੂੰ ਅੱਗ ਵਿੱਚ ਸਾੜ ਵੀ ਦਿਓ ਨਾ, ਰੱਸੀ ਦਾ ਵੱਟ ਨਹੀਂ ਜਾਂਦਾ। ਜਿਸ ਬੰਦੇ ਦੇ ਜੀਵਨ ਵਿੱਚ ਬੁਰਾਈ ਪੁੱਤਰ ਜਾਵੇ, ਜੇ ਪੂਰਾ ਸਤਿਗੁਰ ਨਾ ਮਿਲੇ, ਉਹ ਬੰਦਾ ਜ਼ਿੰਦਗੀ ਵਿੱਚ ਕਦੇ ਸੁਧਰ ਨਹੀਂ ਸਕਦਾ। ਜਿੰਨਾ ਮਰਜ਼ੀ ਕਿਸੇ ਨੂੰ ਸਮਝਾ ਦਿਓ, ਅੰਮ੍ਰਿਤ ਛਕਾ ਦਿਓ, ਧਰਮੀ ਬਣਾ ਦਿਓ ਵੀ ਭਾਈ ਕਿਸੇ ਦਾ ਬੁਰਾ ਨਾ ਸੋਚੀ, ਬੁਰਾ ਨਾ ਕਰੀ, ਪਰਮਾਤਮਾ ਸਭ ਕੁਝ ਵੇਖਦਾ ਹੈ। ਉਹ ਗੱਲੀ ਕਹਿੰਦਾ ਬਹੁਤ ਸੋਹਣੀ ਕਥਾ, ਬੜੀ ਸੋਹਣੀ ਗੱਲ ਹੈ, ਬੜਾ ਸੋਹਣਾ ਕੀਰਤਨ ਹੈ, ਪਰ ਨਾ ਤੇ ਕਰਨ ਵਾਲਾ ਜ਼ਿੰਦਗੀ ਚ ਅਪਲਾਈ ਕਰੇ ਤੇ ਨਾ ਸੁਣਨ ਵਾਲਾ, ਜੋ ਕਿ ਸੁਧਰ ਨਹੀਂ ਸਕਦਾ। ਗੁਰੂ ਸੁਧਾਰੇ ਦੀ ਗੱਲ ਵੱਖਰੀ। ਜਦੋਂ ਇਹ ਗੱਲਾਂ ਹੋਈਆਂ, ਉਹਨਾਂ ਦੇ ਪਤੀਆਂ ਨੂੰ ਬੜਾ ਪਛਤਾਵਾ ਹੋਇਆ। ਫਕੀਰਾਂ ਦੇ ਪਾਸ ਆਏ, ਦੋਨੇ ਹੱਥ ਜੋੜੇ ਨੇ, ਸਰੀਰ ਕੰਬਦੇ ਹਨ। ਚਲੇ ਨ ਜਾਏ ਇਸ ਬਿਦ ਕੀ ਬਣਾਏ ਅਬ, ਕੀਨੀ ਖਤਾ ਜੋ ਲਿਹ ਜਾਂ ਤੇ ਬਖਸ਼ਾਈਆ। ਸਤਿਗੁਰ ਬਾਹਰ ਗਲੀ ਵਿੱਚ ਖੜੇ ਆ, ਜਾਣ ਦੀ ਤਿਆਰੀ ਵਿੱਚ ਨੇ, ਪਰ ਇਧਰ ਅੰਦਰ ਉਹ ਦੋ ਜਾਦੂਗਰਨੀਆਂ ਜਿਹੜੀਆਂ ਬਾਲ-ਬਾਲ ਬਚੀਆਂ, ਉਹ ਕਹਿੰਦੀਆਂ ਨੇ ਇਹ ਚਲੇ ਨਾ ਜਾਣ, ਜੇ ਚਲੇ ਗਏ ਇਹਨਾਂ ਨੂੰ ਕਿਸੇ ਨੇ ਸਿੱਧਾ ਨਹੀਂ ਕਰਨਾ। ਇਹਦੇ ਚਾਰ ਲੱਤਾਂ ਨੇ, ਇੱਕ ਪੂਛ ਹੈ, ਵੱਡੀ ਸਾਰੀ ਨਾਸਕਾ ਲੱਗੀ ਹੋਈ ਹੈ। ਬਾਣੀ ਲਿਖਦੀ ਨਾ, ਚਾਰ ਪਾਪ ਦੋਏ ਸਿੰਘ ਗੰਗ ਮੁਖ ਤਬ ਕੈਸੇ ਗੁੜ ਗਈ ਹੈ, ਉਠਤ ਬੈਠਤ ਠੇਗਾ ਪਰ ਹੈ, ਤਬ ਕਤ ਮੂੜ ਲੁਕਈ ਹੈ ਰੇ। ਕਹਿੰਦੇ ਬੰਦਿਆ ਤੂੰ ਬੰਦਾ ਬਣ ਕੇ ਰੱਬ ਨਹੀਂ ਜਪਦਾ, ਜਦੋਂ ਇੱਕ ਪੂਛ ਲੱਗ ਗਈ ਤੋਂ ਸਿੰਘ ਲੱਗ ਗਏ, ਵੱਡੀਆਂ ਵੱਡੀਆਂ ਨਾਸਾਂ ਹੋ ਗਈਆਂ, ਜ਼ਿਮੀਦਾਰ ਨੇ ਬਲਦ ਬਣਾ ਕੇ ਜੋੜ ਲਿਆ ਨਾ, ਫਿਰ ਕਿਵੇਂ ਰਾਮ ਰਾਮ ਕਰੇਗਾ, ਫਿਰ ਕਿਹੜੇ ਧੀ ਪੁੱਤ ਨੂੰ ਬੁਲਾਏਗਾ, ਤੂੰ ਖੜੂ ਦੇਗਾ, ਭੁਗਤਣਾ ਦੇ ਲਗਾਇਣਾ, ਢੱਠਾ ਬਣਨਾ ਪੈਣਾ, ਬਲਦ ਬਣਨਾ ਪੈਣਾ। ਕਹਿੰਦੇ ਪਸ਼ੂਆਂ ਦੀ ਜੂਨ ਵਿੱਚ ਆਜ਼ਾਦੀ ਨਹੀਂ ਹੈ, ਇਸ ਲਈ ਉਹਨਾਂ ਬੰਦਿਆਂ ਨੇ ਸੋਚਿਆ ਵੀ ਜੇ ਆਪਾਂ ਮਾਫੀ ਮੰਗ ਲਈਏ, ਹੋ ਸਕਦਾ ਇਹ ਫਕੀਰ ਬਖਸ਼ ਲੈਣ ਸਾਨੂੰ, ਇਹ ਰੱਬ ਦੇ ਪਿਆਰੇ ਆ। ਘਰ ਆਇਆਂ ਦਾ ਇਹਨਾਂ ਸਤਿਕਾਰ ਨਹੀਂ ਕੀਤਾ, ਠੀਕ ਹੈ, ਤੰਤਰ ਵਿਦਿਆ ਕਰਨੀ ਬੰਦਾ ਤੇ ਪਰਖ ਲੋ, ਕੋਈ ਸਾਧੂ ਫਕੀਰ ਮਹਾਤਮਾ ਤੇ ਵੇਖ ਲੋ ਜਿਨ੍ਹਾਂ ਦਾ ਲਿਬਾਸ ਐਸਾ ਹੈ, ਕਿਉਂਕਿ ਨਾਸਤਕ ਤੇ ਪਾਪੀ ਬੰਦਾ ਜਦੋਂ ਠੱਗਣ ਤੇ ਆਵੇ ਨਾ, ਉਹ ਰੱਬ ਦੇ ਪਿਆਰਿਆਂ ਨੂੰ ਵੀ ਨਹੀਂ ਬਖਸ਼ਦਾ। ਆਖੋ ਸਤਿਨਾਮ। ਕਹਿੰਦੇ ਵੇਖ ਲਿਓ ਜਿਹੜੇ ਠਗਵਾੜੇ ਹੁੰਦੇ ਨਾ, ਠੱਗਣ ਵਾਲੇ, ਠੱਗ ਮਿੱਠਾ ਬੋਲਣ ਵਾਲੇ, ਨਾ ਗੁਰਦੁਆਰਾ ਬਖਸ਼ਣ, ਨਾ ਮੰਦਰ ਵਸਤ ਬਖਸ਼ਣ, ਨਾ ਮਸੀਤ ਬਖਸ਼ਣ। ਉਹ ਕਹਿੰਦੇ ਪੈਸੇ ਦਾ ਖਜ਼ਾਨਾ ਹੀ ਇੱਥੋਂ ਮਿਲਦਾ, ਗੱਲੇ ਭਾਈ ਇੱਥੋਂ ਮਿਲਦੇ, ਹੋਰ ਮਿਲਣੇ ਕਿੱਥੋਂ ਆ, ਕਿਉਂਕਿ ਅੰਦਰ ਪਾਪ ਜਾਗ ਪਿਆ, ਰੱਬ ਦਾ ਡਰ ਨਹੀਂ, ਰੱਬ ਨਜ਼ਰ ਨਹੀਂ ਆਉਂਦਾ। ਆਖਰਕਾਰ ਉਹ ਬੰਦੇ ਸਤਿਗੁਰਾਂ ਦੇ ਪਾਸ ਆਏ, ਹੱਥ ਜੋੜ ਕੇ ਮਾਫੀਆਂ ਮੰਗਦੇ, ਕਹਿੰਦੇ ਆ ਫਕੀਰ ਰੱਬ ਦੇ ਪਿਆਰਿਓ, ਗੁਸਤਾਖੀ ਇਹਨਾਂ ਜੋ ਕੀਤਾ ਇਹਨਾਂ ਨਾਲ ਚੰਗਾ। ਜਦੋਂ ਸਾਡੇ ਪਰਿਵਾਰ ਦਾ ਕੋਈ ਮੈਂਬਰ ਹੋਵੇ ਨਾ, ਬੁਰਾਈ ਕਰਦਾ ਹੋਵੇ, ਇੱਕ ਦਿਨ ਜਦੋਂ ਭੁਗਤਦਾ ਨਾ, ਫਿਰ ਪਰਿਵਾਰ ਵਾਲੇ ਪਤਾ ਕੀ ਕਹਿੰਦੇ ਆ, ਵਧੀਆ ਯਾਰ ਹੱਥ ਚੁੱਕੀ ਹੋਈ ਸੀ, ਚੰਗਾ ਹੋਇਆ ਇਹਦੇ ਨਾਲ। ਪਤੀ ਦੁਖੀ ਸਨ, ਉਹ ਇਹਨਾਂ ਨੂੰ ਕਾਬੂ ਕਰਕੇ ਰੱਖਦੀਆਂ ਨੇ, ਘਰ ਤੋਂ ਜਾ ਨਹੀਂ ਸਕਦੇ ਸੀ ਕਿਤੇ। ਅੱਜ ਸੁਭਾਵਕ ਜਦੋਂ ਘਰ ਤੋਂ ਗਏ ਤੇ ਆਏ ਵਾਪਸ, ਅੰਦਰੋਂ ਤੇ ਖੁਸ਼ ਨੇ, ਪਰ ਇੰਨੇ ਵੀ ਖੁਸ਼ ਨਹੀਂ ਵੀ ਜੇ ਭੇਡਾਂ ਹੀ ਬੜੀਆਂ ਫਿਰੀਆਂ ਤੇ ਫਿਰ ਰੋਟੀ ਕੌਣ ਦਊ। ਉਦੋਂ ਅੱਜ ਵਾਲਾ ਜ਼ਮਾਨਾ ਥੋੜੀ ਸੀ ਹਾਈ ਕੋਰਟ ਜਾਵਾਂਗੇ, ਤਲਾਕ ਲੈ ਲਾਂਗੇ, ਲੈ ਸਾਨੂੰ ਕੈਨੇਡਾ ਤੋਂ ਰਿਸ਼ਤਾ ਹੁੰਦਾ, ਅਮਰੀਕਾ ਤੋਂ, ਇੱਦਾਂ ਦਾ ਐਡਵਾਂਸ ਜ਼ਮਾਨਾ ਨਹੀਂ ਸੀ। ਉੱਥੇ ਤੇ ਫਿਰ ਜਿੱਥੇ ਇੱਕ ਵਾਰ ਕਨੈਕਸ਼ਨ ਜੁੜ ਗਿਆ, ਭਾਵੇਂ ਪੜਾਕੇ ਪਈ ਜਾਣ, ਫਿਰ ਕੋਈ ਤਲਾਕ ਨਹੀਂ। ਪੁਰਾਣਾ ਸਮਾਂ ਹੋਇਆ ਸੀ, ਵਿਆਹ ਲੋਕਾਂ ਦੀ ਬਿਜਲੀ ਦੀਆਂ ਤਾਰਾਂ ਸੀ, ਜੇ ਤੇ ਜੋੜ ਸਹੀ ਆ ਤੇ ਸਹੀ ਆ, ਜੇ ਟੁੱਟਾ ਭੱਜਾ ਤੇ ਫਿਰ ਪੜਾਕੇ ਵੱਜਦੇ। ਜੇ ਵਿਆਹ ਚੱਲ ਰਿਹਾ ਨਾ ਤੇ ਪਾਵਰ ਵੱਧਦਾ ਰਹੇ, ਠਾ ਹੋ ਰਹੀ ਹੈ, ਖਤਰਾ ਹੀ ਹੈ ਇਹਦਾ। ਹੋ ਸਕਦਾ ਕੋਈ ਟਿਊਬ ਉੱਡ ਜੇ, ਪੱਖਾ ਉੱਡ ਜੇ, ਕੁਛ ਵੀ ਹੋ ਜੇ, ਪਾਵਰ ਵੱਧ ਹੈ ਤੇ ਪਾਵਰ ਉੱਧਰ ਵੀ ਜ਼ਿਆਦਾ ਹੀ ਸੀ। ਹਰੇਕ ਉੱਤੇ ਜਾਦੂ, ਹਰੇਕ ਉੱਤੇ ਜਾਦੂ, ਜਿਹੜਾ ਆਇਆ ਕਰੇ ਤੰਤਰ ਵਿਦਿਆ ਮੰਤਰ ਵਿਦਿਆ ਲੁੱਟ ਲਿਆ, ਸਭ ਕੁਛ ਕਰ ਲਿਆ। ਪਤੀ ਕਹਿੰਦੇ ਇੱਕ ਵਾਰ ਤੇ ਸੁਧਰ ਵੀ ਜਾ, ਪਰ ਫਕੀਰਾਂ ਦੇ ਚਰਨ ਫੜ ਲੋ, ਕਿਤੇ ਇਹਨਾਂ ਦਾ ਕੀਤਾ ਸਾਨੂੰ ਨਾ ਭੁਗਤਣਾ ਪਵੇ। ਇਹਨਾਂ ਫਕੀਰਾਂ ਦੀ ਕਲਾ ਕਿੰਨੀ ਵੱਡੀ ਹੈ, ਜਿਨ੍ਹਾਂ ਤੰਤਰ ਮੰਤਰ ਤੋੜ ਕੇ ਸੁੱਟ ਦਿੱਤੇ ਨੇ। ਹੋਰ ਦੋਨੋਂ ਮੇਰੀ
ਚਰਨ ਗਹਿਆਨ ਕਰ ਭਏ ਮਨ ਦੀਨ ਕਿਨੇ ਬੇਨਤੀ ਬੜਾਈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਤੇ ਵੇਖਿਆ ਹੀ ਨਹੀਂ ਉਹਨਾਂ ਵੱਲ, ਲੋਕਾਂ ਵੱਲ। ਉਹ ਤੇ ਸੁਭਾਵਿਕ ਖੜੇ ਆ। ਭਾਈ ਮਰਦਾਨਾ ਜੀ ਨੂੰ ਦਲਾਸਾ ਦਿੰਦੇ ਆ, ਭਾਈ ਬਾਲਾ ਜੀ ਕਹਿੰਦੇ ਦੋਨੇ ਬੰਦਿਆਂ ਨੇ ਮੇਰੇ ਚਰਨ ਫੜ ਲਏ ਆ ਕੇ ਕਹਿੰਦੇ ਉਹ ਪਿਆਰਿਆ ਤੂੰ ਬਖਸ਼ਾਲਾ, ਤੂੰ ਬਖਸ਼ਾ ਦੇ ਸਾਂ। ਬਹੁਤ ਵੱਡਾ ਗੁਨਾਹ ਤਿਰਸਕਾਰ ਤੇ ਨਰਾਦਰ ਕੀਤਾ ਏ। ਰੱਬ ਦੇ ਪਿਆਰਿਆਂ ਦੇ ਨਰਾਦਰ ਕਰਨ ਵਾਲੇ ਇਸ ਜੀਵਨ ਵਿੱਚ ਹੀ ਭੋਗਦੇ, ਜਿਉਂਦੇ ਜੀ ਭੋਗਦੇ। ਜਿਸ ਘਰ ਵਿੱਚ ਰੱਬ ਦੇ ਪਿਆਰਿਆਂ ਦਾ ਨਰਾਦਰ ਹੋਵੇ, ਉਹਨਾਂ ਘਰਾਂ ਦੀ ਹਾਲਤ ਅੱਜ ਵੀ ਵੇਖੋ, ਕੱਲ ਵੀ ਵੇਖੋ ਤੇ ਸਦਾ ਵੇਖੋ ਹੁੰਦੀ ਰਹੇ। ਭਾਈ ਮਰਦਾਨਾ ਜੀ ਦਾ ਨਰਾਦਰ ਹੋਇਆ ਇਸ ਘਰ ਵਿੱਚ। ਕੀ ਕਰਨ ਆਇਆ ਸੀ? ਪਾਣੀ ਮੰਗਣ ਆਇਆ ਸੀ, ਰੋਟੀ ਖਾਣ ਆਇਆ ਸੀ। ਕੀਤਾ ਉਹਦੇ ਨਾਲ ਕੀ ਹੈ? ਤੇ ਅੱਜ ਜੋ ਉਹਦੇ ਨਾਲ ਹੋਇਆ, ਪਰ ਮੇਰੇ ਸਤਿਗੁਰ ਹੱਸਦੇ ਨਹੀਂ। ਕਿਸੇ ਦੀ ਗਰੀਬੀ, ਕਿਸੇ ਦਾ ਦੁੱਖ ਵੇਖ ਗੁਰੂ ਸੱਜਣ ਨਹੀਂ ਹੱਸਦਾ। ਤੇ ਸਾਡੇ ਵਰਗੇ ਦੇ ਦੰਦ ਕੱਢਦੇ, ਕਹਿੰਦੇ ਲੈ ਵਧੀਆ ਹੋ ਗਿਆ ਯਾਰ, ਇਹਦੇ ਵੀ ਤੇ ਅੱਜ ਚੱਕੀ ਸੀ। ਇਹ ਕਿਹੜਾ ਕਿਸੇ ਨੂੰ ਕੋਈ ਸਮਝਦਾ ਸੀ? ਅੱਜ ਰੋਂਦਾ ਫਿਰਦਾ। ਪਰ ਉਸ ਵੇਲੇ ਆ ਕੇ ਮਹਾਰਾਜ ਦੇ ਚਰਨ ਫੜ ਕੇ ਆਖਦੇ ਮਹਾਰਾਜ ਸਾਡੀਆਂ ਹਜ਼ਾਰਾਂ ਗਲਤੀਆਂ ਨੇ, ਲੱਖਾਂ ਗੁਨਾਹ ਨੇ, ਬਖਸ਼ਣ ਯੋਗ ਨਹੀਂ ਹਨ, ਪਰ ਤੁਸੀਂ ਬਖਸ਼ਿੰਦ ਹੋ, ਫਕੀਰ ਹੋ, ਰੱਬ ਦੇ ਪਿਆਰੇ ਹੋ, ਕਿਰਪਾ ਕਰਕੇ ਤਰਸ ਕਰੋ। ਬਾਣੀ ਮੈਂ ਬਖਾਨੀ ਜਾਹੋ ਤਾਹੇ ਪਾਸ ਬੰਦ ਪਾਨੀ ਬਖਸ਼ਨ ਹਰ ਸੋ ਖਤਾ ਕਿਨੀ ਜਾਹੇ ਕੀ। ਭਾਈ ਬਾਲਾ ਜੀ ਕਹਿੰਦੇ ਜਦੋਂ ਮੇਰੇ ਚਰਨ ਫੜ ਫੜ ਰੋਈ ਜਾਣ, ਮਿੰਨਤਾਂ ਕਰੀ ਜਾਣ, ਮੈਂ ਕਿਹਾ ਮੈਂ ਥੋੜਾ ਬਖਸ਼ਣਾ ਹੈ। ਉਹ ਜਾਓ ਰੱਬ ਪਿਆਰਾ ਸਤਿਗੁਰੂ ਬੈਠਾ ਚਰਨ ਪਰਸੋ, ਮਿੰਨਤਾਂ ਕਰੋ, ਤਰਲੇ ਕਰੋ। ਉਹ ਬਖਸ਼ਣਹਾਰ ਹੈ, ਬਖਸ਼ ਸਕਦਾ ਹੈ। ਜੇ ਕੋਨੇ ਅੱਜ ਨਾ ਬਖਸ਼ਿਆ ਤੇ ਦਰਗਾਹ ਵਿੱਚ ਵੀ ਕਿਸੇ ਨੇ ਨਹੀਂ ਬਖਸ਼ਣਾ। ਆਖੋ ਸਤਿਨਾਮ। ਰੱਬ ਦਾ ਮਾਰਿਆ ਉੱਠਦਾ ਜੀ ਨਹੀਂ, ਬੰਦੇ ਦਾ ਮਾਰਿਆ ਉੱਠ ਸਕਦਾ ਹੈ। ਜੱਗ ਦਾ ਸਤਾਇਆ ਕਿਤੇ ਨਾ ਕਿਤੇ ਰੁਕ ਸਕਦਾ ਹੈ, ਪਰ ਜਿਹਨੇ ਰੱਬ ਦੇ ਘਰ ਨਾਲ ਮੱਥਾ ਲਾ ਲਿਆ ਉਹਨੂੰ ਕੌਣ ਬਚਾ ਸਕਦਾ? ਜਿਹਨੇ ਗੁਰੂ ਘਰ ਬਹਿ ਕੇ ਮਾੜੀ ਸੋਚ ਰੱਖੀ, ਮਾੜਾ ਸੋਚਿਆ, ਬੁਰਾ ਕੀਤਾ, ਦੱਸੋ ਕਿਹੜੀ ਦਰਗਾਹ ਕੋਈ ਹੋਰ ਸੱਚਖੰਡ ਹੈ ਜਿੱਥੇ ਉਸ ਬੰਦੇ ਦਾ ਉਧਾਰ ਹੋ ਜੇ? ਬਿਲਕੁਲ ਨਹੀਂ। ਜਦੋਂ ਕਹਿੰਦੇ ਮੈਂ ਵਚਨ ਆਖੇ ਵੀ ਉਹਨਾਂ ਮਹਾਂਪੁਰਖਾਂ ਨੂੰ ਪੁੱਛ ਲਓ, ਜੇ ਬਖਸ਼ਦੇ ਆ ਤੇ ਚੰਗਾ ਹੀ ਹੈ। ਕਹਿੰਦੇ ਤੁਸੀਂ ਸਿਫਾਰਿਸ਼ ਕਰਕੇ ਬਖਸ਼ਾਓ ਕਿਉਂਕਿ ਤੁਸੀਂ ਸੇਵਕ ਹੋ ਉਹਨਾਂ ਦੇ। ਭਾਈ ਬਾਲਾ ਜੀ ਕਹਿੰਦੇ ਮੈਂ ਕੁਝ ਨਹੀਂ ਕਹਿ ਸਕਦਾ। ਇਸ ਰੱਬ ਪਿਆਰੇ ਦੇ ਦਰ ਤੇ ਕੋਈ ਸਿਫਾਰਿਸ਼ਾਂ ਨਹੀਂ ਚੱਲਦੀਆਂ। ਤਰਲੇ ਮਿੰਨਤਾਂ ਕਰਕੇ ਵੇਖ ਲਓ, ਹੋ ਸਕਦਾ ਦਇਆ ਦੇ ਘਰ ਵਿੱਚ ਆ ਜਾਣ, ਤੁਹਾਨੂੰ ਬਖਸ਼ ਲੈਣਾ। ਆਏ ਕਰ ਪਾਏ ਗਏ ਜਾਏ ਗੁਰੂ ਨਾਨਕ ਕੇ ਦੂਰ ਅਬ ਕੀ ਜੈਰਿਸ ਕਿਨੀ ਜੋਗਣ ਆਹੇ ਕੀ। ਸਤਿਗੁਰੂ ਜੀ ਇੱਕ ਦਰਵਾਜ਼ੇ ਦੀ ਦਹਲੀਜ਼ ਉੱਤੇ ਬੜੇ ਚਬੂਤਰੇ ਤੇ ਬੈਠੇ ਸੀ। ਥੋੜੀ ਦੇਰ ਵਾਸਤੇ ਭਾਈ ਮਰਦਾਨਾ ਜੀ ਨਾਲ ਬਚਨ ਕਰਦੇ ਸੀ। ਕਹਿੰਦੇ ਆ ਭੱਜੇ ਦੋਨੋਂ ਬੰਦੇ ਆਏ, ਉਹਨਾਂ ਪਤਨੀਆਂ ਦੇ ਪਤੀ ਨੇ, ਜਿਹੜੀ ਇੱਕ ਭੇਡ ਬੜੀ ਕੁੱਤੀ ਬੜੀ ਬੜੀ ਚਰਨ ਫੜ ਕੇ ਕਹਿੰਦੇ ਰੱਬਾ ਮੇਰਿਆ ਪਿਆਰਿਆ ਸੱਜਣਾ ਵਾਹਿਗੁਰੂ ਬਖਸ਼ ਲੈ। ਫਕੀਰ ਹੋ, ਕਾਮਲ ਹੋ, ਇਹਨਾਂ ਨੇ ਗੁਨਾਹ ਕੀਤਾ, ਬਖਸ਼ਣ ਯੋਗ ਨਹੀਂ ਹੈ, ਬਖਸ਼ਣ ਲਾਇਕ ਨਹੀਂ ਹੈ, ਪਰ ਤੁਸੀਂ ਇਹ ਗੁੱਸਾ ਜਾਣਦੇ ਹੋ। ਤਰਸ ਕਰੋ, ਤਰਸ ਦਇਆ ਕਰੋ। ਮਹਾਰਾਜ ਇਹਨਾਂ ਨੇ ਜੋ ਗੁਨਾਹ ਕੀਤਾ ਹੈ, ਫਲ ਇਹਨਾਂ ਨੇ ਭੋਗ ਲਿਆ, ਫਲ ਇਹਨਾਂ ਨੂੰ ਮਿਲ ਗਿਆ ਏ। ਐਸੀ ਮੱਤ ਦੋ ਕਿਸੇ ਦਾ ਬੁਰਾ ਨਾ ਕਰਨਾ। ਖੋ ਸਤਿਨਾਮ। ਚਲਾਕੀ ਬਹੁਤ ਮਾੜੀ ਹੈ। ਕਿਉਂ ਮਾੜੀ? ਕਿਉਂਕਿ ਚਲਾਕ ਬੰਦਾ ਸਿਰਫ ਆਪਣਾ ਤੇ ਆਪਣਿਆਂ ਦਾ ਭਲਾ ਮੰਗਦਾ, ਦੂਜੇ ਦਾ ਤੇ ਸਦਾ ਹੀ ਬੁਰਾ ਕਰੀ ਜਾਂਦਾ। ਲਾਲਚੀ ਤੇ ਚਲਾਕ ਬੰਦੇ ਨੂੰ ਆਪਣੇ ਧੀ ਪੁੱਤ ਆਪਣੇ ਲੱਗਦੇ, ਉਹਨਾਂ ਦਾ ਦੁੱਖ ਆਪਣਾ ਲੱਗਦਾ। ਬਗਾਨੇ ਧੀ ਪੁੱਤ ਦੇ ਦੁੱਖ ਨੂੰ ਦੁੱਖ ਨਹੀਂ ਜਾਣਦਾ, ਉਹ ਕਹਿੰਦਾ ਕਰਾਓ ਅੰਦਰ ਇਹਨੂੰ, ਏਦਾਂ ਕਿਦਾਂ ਕਰਕੇ। ਹੁਣ ਜਦੋਂ ਇਹ ਗੱਲਾਂ ਹੋਈਆਂ ਨਾ, ਗੁਰੂ ਸਾਹਿਬ ਨੇ ਮੁੱਖ ਮੋੜ ਲਿਆ ਜੀ ਉਹਨਾਂ ਦੀ ਗੱਲ ਸੁਣ, ਕਿਉਂਕਿ ਬਖਸ਼ਣ ਲਾਇਕ ਨਹੀਂ। ਕਿੰਨਿਆਂ ਲੋਕਾਂ ਦੀ ਜ਼ਿੰਦਗੀ ਉਹਨਾਂ ਨੇ ਕਾਮ ਵਿੱਚ ਬਰਬਾਦ ਕੀਤੀ, ਕਿੰਨਿਆਂ ਨੂੰ ਲੁੱਟਿਆ, ਕਿੰਨਿਆਂ ਨੂੰ ਠੱਗਿਆ, ਕਿੰਨਿਆਂ ਦੇ ਪਰਿਵਾਰਾਂ ਤੋਂ ਵਿਛੋੜ ਕੇ ਉਹਨਾਂ ਨੂੰ ਜਿਉਂਦੇ ਮਾਰ ਦਿੱਤਾ। ਏਡੇ ਵੱਡੇ ਵੱਡੇ ਅਪਰਾਧ ਕਰਨ ਵਾਲੀਆਂ ਨੂੰ ਰੱਬ ਕਿਵੇਂ ਬਖਸ਼ੇ। ਜੋਖ ਤੱਕ ਚੀਲ ਨਹਿ ਜਾਣਤ ਹੈ ਸੰਤ ਸੀਲ ਭੁਲੀ ਮਤ ਸਦਾ ਜਿਨ ਕਾਮ ਭੋਗ ਚਾਹੇ ਕੀ। ਤੇ ਉਹਨਾਂ ਦੇ ਪਤੀ ਕਹਿੰਦੇ ਮਹਾਰਾਜ ਇਹ ਕੁਚੀਲ ਨੇ, ਕੁਚੀਲ ਮਤਲਬ ਗੰਦੀਆਂ, ਬੇਕਾਰ, ਜਿਨ੍ਹਾਂ ਦਾ ਜੀਵਨ ਨਰਕ ਹੈ, ਜ਼ੁਦਿਆਂ ਦੀ ਜ਼ਿੰਦਗੀ ਬਰਬਾਦ ਕਰਨ ਵਾਸਤੇ। ਪਾਤਸ਼ਾਹ ਇਹ ਤੁਹਾਡੇ ਸੀਲ ਸੁਭਾਅ ਨੂੰ ਨਹੀਂ ਸੀ ਜਾਣਦੀਆਂ ਵੀ ਸਾਧੂ ਰੱਬ ਦੇ ਪਿਆਰੇ ਅੰਦਰੋਂ ਬਾਹਰੋਂ ਇੱਕ ਹੁੰਦੇ ਨੇ। ਉਹ ਇਹਨਾਂ ਨੂੰ ਚਲਾਕੀਆਂ ਲੈ ਬੈਠੀਆਂ, ਕਿਤੇ ਸਾਡੀ ਮੰਨਦੀ ਨਹੀਂ, ਆਪਣੀ ਮਰਜ਼ੀ ਕਰਦੀਆਂ ਸੀ। ਪਰ ਅੱਜ ਜੋ ਇਹਨਾਂ ਨਾਲ ਹੋਇਆ, ਕਿਤੇ ਨਾ ਕਿਤੇ ਅਸੀਂ ਵੀ ਖੁਸ਼ ਹਾਂ ਵੀ ਅੱਗੋਂ ਤੋਂ ਸੁਧਰ ਜਾਣਗੇ।
पर कृपा करके तुसी तो बख्श लो ना, तुहाडा नरादर कीता है, तिरस्कार कीता है, घर आया दी बेअदबी कीती है, इसलिए असीं खिमा ते जाचकां, तुसी जो सजा देनी सानू दे दिओ, सदा तुहाडे सेवक बन के रवांगे, पर अज बख्श लवो। इन्हां दे छोटे छोटे बच्चे ने, इन्हां पाप करन वेले आप जी दा रुतबा नहीं वेखिया, तुहाडी बंदगी वेखी नहीं। कर्म कमायो जस पायो फल इने तस, सारे उपकारी होत इच्छा ने काहे की। इन्हां ने जो कर्म कीते महाराज वो भुगत लए आ, बहुत बड़ा पाप कीता सी ते बणियां की फरदियां ने, जिउंदे जी आ हालत हो गई इन्हां दी। कदे लोकां च इन्हां दा नाम सी, मान सी, सत्कार सी, लोग डरदे सी, अज की बन के पैर चुमदियां फिरदियां, तरले करदियां। पर मैं सुनिया रब दे प्यारे दरवेश हुंदे ने, दयावान हुंदे ने, वो तरस कर लैंदे ने, गरीब नवाज साडे गुनाहियां ते तरस करो, तरस करो। रो पए चरण फड़ फड़ के मिन्नतां तरले करदे गुरु नानक साहिब जी दे महाराज, ਅਸੀਂ खुद ਮੰਨਦੇ ਹਾਂ ਸਾਡੀਆਂ ਪਤਨੀਆਂ ਇਖਲਾਕ ਦੀਆਂ ਡਿੱਗੀਆਂ ਹੋਈਆਂ ਨੇ, ਇਹ ਪਾਪੜਾਂ ਦੇ ਬੁਰੇ ਬੁਰੇ ਕਰਮ ਕਰਦੀਆਂ ਨੇ, ਪਰ ਸਾਡੀ ਹਾਲਤ ਵੇਖ ਲਓ, ਸਾਡੇ ਤੇ ਤਰਸ ਕਰੋ, ਅਸੀਂ ਖੁਦ ਗੁਲਾਮ ਹਾਂ। ਸਵਈਆ ਮੰਦਮਤੀ ਮਨ ਮੂਰਖੇ, जिन संतन सो उठ काम न कीना। उस वेले गुरु नानक साहब जी दे कोल बैठे भाई बाला ते मरदाना जी आखन लगे, कहंदे मंदी मत वालियां ने रब दे प्यारियां नूं टिचरां कीतियां ने, संतन सेती मशकरी कुल डोबण की रीत। जरूरी नहीं है कोई बहुते सोहणे कपड़े पाई फिरदा ओही साधु है, कोई पता नहीं किसे गुरसिख दा बोलिया होया बोल कदों बुलां दे विचों ते जीवन चों लै जाना। आखो सतनाम। कदे किसी बंदगी वाले नूं मशकरी ना करो, मखौल ना करो, वो कीते हुए मखौल बाणी लिखदी है ना, दुर्वासा से कर ठगाई यादव के फल पाए। कृष्ण जी दी कोल दुर्वासा ऋषि नाल जाके टिचरा करते सी ना, मखौल करते सी। फकीर जी दसो इस बच्चे दे पेट विच की होण वाला है? लोहे दी बाटी बन के, भांडा बन के। फकीर ने एको गल गुस्से च आख दी, सुभावक कहंदे जेड़ा तुहाडी कुल दा नाश करू ओही होना। डर गए फिर लोहा कसा कसा के पानी बना के पानी च सुट दिता भी हुण ते ना रहा लोहा, ना रहा बांस, ना बच्चू बंसरी। कहंदे ओ लोहे तो घाह पैदा होया, तलवारां मर गया। जिस मच्छी दी ओ लोहा निकलिया, पत्ती निकली, कहंदे ओ फिर शिकारी ने मच्छी फड़ लई, ओ फिर तीर बन के किसे ला लई अगे। कृष्ण जी पए सी जंगलां दे विच, पैर दा पदम चमकिया, हिरन दी अख दी पछाण समझ के शिकारी ने तीर छड्डिया, कृष्ण जी दा पैर पाड़ के सदा दी नींद सवा गया। ते पिछे करोड़ां दे हिसाब नाल यादवां दी कुल आपस विच शराबां पी पी के लड़के गर्क हो गई। सिर्फ एक साधु दा बोलिया बोल सताया होया। तो रब दा प्यारा सिख होवे, मुसलमान होवे, हिंदू होवे, किसे धर्म नाल जुड़िया, जां कोई गरीब होवे, किसे गरीब दा दिल ना दुखाओ। दिल चों निकली पुकार कुरान रह रही है। अज जदों ये वचन आखिया ने, कहंदे संतां नाल मशकरियां चंगियां, रब दे प्यारियां नाल टिचरां चंगियां ने, रो गए। कहंदे जी इस तो बुरा की हो सकदा, जो इन्हां कीता वो पाया है, पर साडी खातर इन्हां नूं बख्श लवो। और कठोर न जानत है, नित्यातर काम ते होत अधीना। महाराज असी भी इन्हां तो दुखी हां, इन्हां दे काम दी भुख नहीं कदे मुकदी। ये सताइयां होईयां काम दियां हर वेले तड़फदियां रहिंदियां ने। किन्ने किन्ने पाप इन्हां कीते, किन्ने अपराध कीते, मन इन्ने कठोर हो गए। कठोर मन करके इन्हां नूं ना कोई चंगा दिसे, ना कोई माड़ा दिसे, सब चोर ही दिसदे आ। ये तुहाडा नज़रिया है, बंदा जिहो जी सोच रखदा उहनूं सारे उहो जी दिसदे। लख कोई तुहाडे सामने भगती करे, तुसीं भगत समझ नहीं सकदे। लख कोई बंदगी करे, तुहानूं बंदगी दिसणी नहीं, क्योंकि सानूं दिसणे उस बंदे दे अवगुण जो असीं गुनाह आप करदे आ, सानूं दूजे चोरी दिसण। जे मैं चोर आ, मेरी चोरी करन दी आदत है, मैनूं कोई साध दिस ही नहीं सकदा। जे मैं ठग हाँ, जे मैं लालची हाँ, मैनूं कोई दानी दिसना ही नहीं, मैनूं सारे लालची दिसदे।
जे मैं दानी हाँ तो मैनू हर बंदा लगना यार ये भी गरीबां दी दया करदा, ये भी तरस करदा। नजरिया ना अपना। रब दे प्यारिਆਂ ਨੂੰ ਪੁੱਛੋ दुनिया ते बुरा कौन आ, कहंदे नहीं भाई इत्थे कोई बुरा नहीं। कबीर सब ते हम बुरे, हम तज थलो सब कोए। कहंदे सारी दुनिया भली है, चंगी है, सब तो बुरे असीं आ। ते जे कोई सानू पूछे भाई साहब चंगा माड़ा कौन है, कहंदे यार मैं ते बहुत चंगा, मैं ते गुरुद्वारे रहना, गुरुद्वारे जाना, आ भी बंदा माड़ा, आ भी माड़ा, सारी माड़े होई। नाले कहना इस दुनिया च रब वसदा, नाले कहंदा चंगा कोई नहीं। आखो सतनाम। खड़े किहड़े पासे? गुरु नानक साहब जी ने तरले करी, माफियां मंगी। गुरु साहब ने इशारा किया भाई मरदाने तो माफी मंगो। जिहदे नाल होया, जिहदे नाल बीती, भाव की है? भाई मरदाना भी कोई छोटी मोटी चीज नहीं है, वो भी गुरु नानक साहब का प्यारा एक बंदगी वाला ब्रह्म ज्ञानी सिख है। क्यों नहीं गुरु साहब की गल मनदा? पिछे बेनती की सी भाई मरदाना जग तारन दा बहाना। ये तो सच्चे पातशाह ने आप बहाना बनाया, आप भुख लाउंदे आ। जे उन्होंने भुख ना लगती तो मरद इत्थे क्यों आउंदे? क्योंकि इत्थे ते कामियां उल्टा रहिंदियां सी। साधुआं दा कामी लोकां नाल लैण देण की पापियां नाल। पापियां दी पुरी विच भाई मरदाना जी नूं गुरु साहब ने भेजिया। आए ने इन्हां दे जाल विच बधे आ ते जाल बाबे नानक ने कट्टिया ते अज इन्हां नूं तारना ही होया। गुरु नानक साहब महाराज कहंदे भाई असीं बख्शण वाले कौन आ? जिहदे नाल कीता ओनू पुछ लो, जे ओ बख्शदा ते ठीक है। आप करो करना करना कर, तो शरणा परना हम लीना। इन दुनिया दे मालक ने जदों बचन आख्या भाई मरदाना जी कहंदे सच्चे पातशाह मैं कौन आ बख्शण वाला? मैनू ते ना बंधक बनाया होया सी, मैनू ते इन्हां ने नरक दी जूने पाता सी, तुसीं बचा लिया। पातशाह तुहाडी मौज है, जे चाहुंदे हो ते बख्श दिओ। लोग पता की कहते आ? सारा महल्ला इकट्ठा हो गया, सारे मर्द इकट्ठे हो गए, बीबियां दे पति आ गए, तरले करते आ महाराज अपनी सिੱਖੀ दे दिओ, चरना की प्रीत दे दिओ, साडे जीवन विच महल्ले चों शहर चों ये पाप कढ दिओ। ये पाप नाल भरीआं होईआं ने। ते मर्द दा फिर बचन आया, उचारिया सी गल्ली असीं चंगीआं आचारी बुरीआं। कहंदे गल्लां नाल ते असीं बहुत चंगीआं भाई, आचार करके खिलाक करके करैक्टर करके असीं बहुत बुरीआं, मनो कसूता कालियां बाहर चिड़दियां। कहंदे बाहर ते बड़े सोहणे रूप रंग लाए होए, अंदरों ते कालियां बड़ियां दिलदियां। ते साडे सारिआं ते अजीब रूप इस्त्रियां ते। गुरु साहब ने कहा सी ना मरदानिया सोहणी नगरी सोहणे लोग, बस बच के रही जवाने तो। आखो सतनाम। वो कहता सी मरद इन्ने सोहणे सोहणे लोग ने, इन्नियां सोहणियां औरतां ने, कहता बुरा करना ही ताई ते आया सी भी ये खुश खुश बैठियां ने, मैनू पानी पिलाउणगियां, रोटी देणगियां। दिता उन्होंने की धागा पाता भेडू बना के रख। गुरु साहब के चरण फड़ के जदों ना बंदियां ने माफियां मंगियां रोए। कहंदे महाराज इन्हां दीयां कीतियां करतूतां दी माफी मंगदियां सानू भी शर्मिंदे होना पैंदा ए। मानवी देह करो इनकी, बख्शो अपराध तुम्हें प्रभ चीना। गुरु साहब दे कोल बैठे भाई बाला जी पुछदे तुसीं चाहुंदे की हो? कहंदे बस मनुखा खड़ा शरीर बना दिओ। देखो रब तो मंगिया भी, मंगिया की ये समझण वाली गल है। पहला औरतां सी, मनुखा वाला शरीर माड़े कर्मां करके गवा लिया। जे रब आया रब तो मुक्ति ना मांग सके, मंगिया की पहले वर्गा शरीर। आखो सतनाम। इनू कहते क्या तै खटिया कहां गवाया? तू धर्म नाल भी जुड़िया, रब नाल भी जुड़िया, जुड़ के मंगे भी पदार्थ ते दस खटिया की है? भगती खटी किते, बंदगी कमाई किते, सिमरन है बल्ले किते, परोपकार है किते नहीं, खाली ते खाली। वही गल हो गई, जीवन पर माड़े कर्म कीते, अज कोई चंगा कर्म जागिया, साधु घरे आए, साधु कहते मंग कुछ, मंगिया भी की, गवाया भी की, पाया भी की। ਇਹਦਾ मतलब गुरु साहब का आउणा इन्हां लोकां ਲਈ कुछ बहुता नहीं सी। जिन्हां ने माड़े कर्म कीते ਉਹ ਨਹੀਂ ਮੰਗਦੇ ਰਹੇ ਨਾ ਵੀ ਇਹਨਾਂ ਨੂੰ ਬੰਦਿਆਂ ਦੀ ਜੂਨ ਕਰ ਦਿਓ, ਪੁਰਖ ਬਣਾ ਦਿਓ, ਔਰਤਾਂ ਬਣਾ ਦਿਓ, ਭੇਡਾਂ ਦੀ ਜੂਨ ਤੋਂ ਛੁਟਕਾਰਾ ਦੇ ਦਿਓ। ਗੁਰ ਨਾਨਕ ਆਨਨ ਬੈਨ ਪਨੈ, ਗੁਰ ਸਿੱਖੀ ਮਨਜੂਰ ਕਰੋ ਮਨ ਮਾਹੀ। ਗੁਰੂ ਨਾਨਕ ਸਾਹਿਬ ਮੁਸਕਰਾ ਕੇ ਆਖਣ ਲੱਗੇ कहते बचन तुहाडा मन लैने आ, पहला उस परमात्मा की सिक्खी नूं कबूल करो। करोगे तो
चरण फड़ी फिरदा सारा पिंड भी एडे वड्डे, क्योंकि आ जिहड़ियां 4 औरतां सी ये पूरे कामरूप देश दे विच टॉप लिस्ट सन। ਵੱਡੇ ਵੱਡੇ ਜਾਦੂਗਰ ਤੇ ਤਾਂਤਰਿਕ ਇਹਨਾਂ ਦੀਆਂ ਚੌਕੀਆਂ ਭਰਦੇ ਸੀ ਤੇ ਉਹੀ ਭਾਈ ਮਰਦਾਨਾ ਉਹਨਾਂ ਦੇ ਡਿੱਟੇ ਆ ਗਏ ਤੇ ਗੁਰੂ ਸਾਹਿਬ ਆਏ ਕਿਹਦੇ ਕੋਲ, ਛੋਟੇ ਮੋਟੇ ਕੋਲ ਥੋੜਾ ਆਏ ਆ, ਵੱਡਾ ਪਾਪੀ ਫੜੇਗਾ ਵੀ ਜਦੋਂ ਕਿਸੇ ਵੱਡੇ ਥੰਮ ਨੂੰ ਫੜੋਗੇ ਨਾ ਉਹਨੇ ਆਪਣੇ ਚੇਲੇ ਬਾਲਕਾਂ ਨੂੰ ਆਪੇ ਸਮਝਾ ਲੈਣਾ। ਇਹ ਪਾਪ ਦੀ ਹੱਦ ਸਨ, ਪਾਪ ਦੀ ਇਮਤਿਹਾ ਸਨ ਇਹ ਔਰਤਾਂ। ਜਦੋਂ ਗੁਰੂ ਸਾਹਿਬ ਦੇ ਸਨਮੁਖ ਬੇਨਤੀਆਂ ਕੀਤੀਆਂ, ਮਹਾਰਾਜ ਇੱਕ ਵਾਰ ਇਹਨਾਂ ਨੂੰ ਐਸੇ ਰੂਪ ਚ ਕਰ ਦਿਓ। ਸਤਿਗੁਰ ਕਹਿੰਦੇ ਭਾਈ ਆ ਮਾੜੇ ਕੰਮ ਛੱਡੋ, ਇਹ ਛੱਡਣੇ ਪੈਣੇ। ਜੇ ਤੁਸੀਂ ਕਹੋ ਨਾ ਰੱਬ ਛਡਾਊਗਾ, ਮੱਤ ਭਲੇ ਕਰਦੇ, ਰੱਬ ਨੇ ਤੇ ਲੇਖਾ ਲੈਣਾ, ਜੋ ਕਰੇਗਾ ਕਰੀ ਚੱਲ, ਉਹਨੇ ਕੀ ਲੈਣਾ ਤੇਰੇ ਮਾੜੇ ਕੰਮਾਂ ਤੋਂ, ਤੂੰ ਜੋ ਕਰੇਗਾ ਤੈਨੂੰ ਫਲ ਮਿਲਣਾ। ਗੁਰੂ ਕਹਿੰਦੇ ਆ ਨਾ ਆਹ ਕਰ ਲਿਆ ਨਾ ਕਰ, ਗੁਰੂ ਕਰਾਮਾਤ ਕਿਉਂ ਨਹੀਂ ਵਰਤਾਉਂਦੇ ਵੀ ਮਹਾਰਾਜ ਮੈਂ ਤੇਰੇ ਨਾਲ ਜੁੜਿਆ ਜੀ ਮੈਨੂੰ ਹਟਾ ਦਿਓ, ਨਹੀਂ। ਸਤਿਗੁਰ ਕਹਿੰਦੇ ਪੁੱਤਰਾ ਤੈਨੂੰ ਦੱਸਤਾ ਆਹ ਰਾਹ ਚੰਗਾ ਆਹ ਮਾੜਾ, ਇਹ ਹੁਣ ਤੇਰੀ ਮਰਜ਼ੀ ਹੈ। ਫਿਰ ਸਿੱਖੀ ਕਾਹਦੀ ਰਹੇਗੀ ਕਿ ਸਾਰਾ ਕੁਝ ਗੁਰੂ ਨਹੀਂ ਕਰ। ਸਿੱਖ ਨੇ ਤੇ ਸਿੱਖੀ ਕਮਾਈ ਹੈ, ਕਮਾਉਣ ਦੇ ਵਿੱਚ ਨਿਭਾਉਣ ਦੇ ਵਿੱਚ ਇਹੀ ਤੇ ਗੱਲ ਹੈ। ਤੇ ਅਸੀਂ ਕਹਿੰਦੇ ਸਿੱਖੀ ਕਮਾਉਣੀ ਨਾ ਪਵੇ, ਬਾਬਾ ਨਾਨਕ ਕਿਰਪਾ ਕਰਦੇ ਸਾਨੂੰ ਸੱਚਖੰਡ ਲੈ ਦੇ, ਸਾਨੂੰ ਜਿਉਂਦਿਆਂ ਤਾਰ ਤੇ ਸਾਡਾ ਟੱਬਰ ਸੁਖੀ ਬਣਾ ਦੇ। ਪੁੱਤਰਾ ਤੂੰ ਨਾ ਕੁਝ ਕਰੀ, ਤੈਨੂੰ ਥੋੜਾ ਕੁਝ ਕਰਨ ਦੀ ਲੋੜ ਹੈ, ਬਾਬਾ ਆਪੀ ਸਾਰਾ ਕੁਝ ਕਰੂਗਾ, ਤੂੰ ਬਸ ਮੱਥਾ ਟੇਕ ਕੇ ਆ ਜਾ ਕਰ। ਬਾਬਾ ਲਾਂਭਾ ਲਾਤਾ, ਅੱਗੇ ਜ਼ਿੰਮੇਵਾਰੀ ਤੇਰੀ ਨਹੀਂ, ਕਮਾਉਣੀ ਪੈਣੀ ਹੈ। ਸਿੱਖੀ ਸਿੱਖਿਆ ਗੁਰ ਵਿਚਾਰ, ਗੁਰੂ ਦੀ ਵਿਚਾਰ ਧਾਰਾ ਜੀਵਨ ਚ ਕਮਾਓਗੇ ਤਾਂ ਹੀ ਤੇ ਸਾਨੂੰ ਸਿੱਖ ਬਣਾਇਆ ਨਾ ਵੀ ਸਿੱਖੀ ਚੱਲੋ। ਸਿੱਖਣ ਤੋਂ ਭਾਵ ਕੀ ਹੈ, ਕਮਾਉਣਾ ਵੀ ਪੈਣਾ। ਗੱਲ ਤਾਂ ਬਣਨੀ ਹੈ, ਗੁਰੂ ਨੇ ਕਿਰਪਾ ਤਾਂ ਕਰਨੀ ਹੈ। ਸਤਿਗੁਰ ਕਹਿੰਦੇ ਸਿੱਖੀ ਕਬੂਲੋ ਭਾਈ, ਕਹਿੰਦੇ ਸਤਿਗੁਰ ਕਹਿੰਦੇ ਮਹਾਰਾਜ ਫਿਰ ਤੁਹਾਨੂੰ ਗੁਰੂ ਧਾਰਨ ਕਰ ਲਈ। ਮਹਾਰਾਜ ਕਹਿੰਦੇ ਨਹੀਂ, ਜਿਹਨੂੰ ਭੇਡੂ ਬਣਾਇਆ ਉਹਦੇ ਚਰਨ ਫੜੋ, ਆਖੋ ਸਤਿਨਾਮ, ਇਹਨੂੰ ਬਣਾਓ ਗੁਰੂ ਆਪਣਾ। ਭਾਈ ਮਰਦਾਨਾ ਚਰਨ ਫੜ ਕੇ ਸਤਿਗੁਰਾਂ ਨੇ ਕਹਿੰਦਾ ਬਾਬਾ ਬਖਸ਼ ਲੈ, ਬਖਸ਼ ਲੈ ਮੈਨੂੰ, ਮੈਥੋਂ ਇਹ ਭਾਰ ਝੱਲਿਆ ਨਹੀਂ ਜਾਂਦਾ। ਤੁਸੀਂ ਪਰਮਾਤਮਾ ਹੋ, ਪਰਮੇਸ਼ਵਰ ਹੋ, ਸਾਧੂ ਹੋ, ਫਕੀਰ ਹੋ, ਅੱਲਾ ਹੋ, ਵਲੀ ਹੋ, ਤੁਸੀਂ ਆਪ ਸਿੱਖੀ ਦੀ ਦਾਤ ਬਖਸ਼ੋ, ਇਹਨਾਂ ਨੂੰ ਤਾਰ ਦਿਓ। ਧਰਮਸਾਲ ਕਰੋ ਹਰ ਨਾਮ ਰਰੋ, ਔਰ ਭਾਉ ਤਰੋ ਹਰ ਕੈ ਕ੍ਰਿਤ ਜਾਹੀ। ਸਤਿਗੁਰਾਂ ਨੇ ਉਸ ਵੇਲੇ ਉਪਦੇਸ਼ ਦਿੱਤਾ ਇਹਨਾਂ ਨੂੰ, ਕਹਿੰਦੇ ਪਹਿਲਾਂ ਇਹ ਬਚਨ ਕਰੋ ਵੀ ਧਰਮਸ਼ਾਲਾ ਬਣਾਵਾਂਗੇ। ਉਹਨਾਂ ਸਮਿਆਂ 'ਚ ਗੁਰਦੁਆਰੇ ਨਹੀਂ ਸੀ। ਗੁਰਦੁਆਰੇ ਸ਼ਬਦ ਜਿਹੜੇ ਆ ਨਾ ਇਹ 1900 ਦੇ ਗਿਰਦ ਗਿਰਦ ਸਾਹਮਣੇ ਆਏ ਆ। ਉਸ ਤੋਂ ਪਹਿਲਾਂ ਪੁੰਗੇ ਸੀ। ਅੱਜ ਵੀ ਜਾਓ ਅਰਦਾਸਾਂ ਪੜ੍ਹਦੇ ਆ ਨਾ, ਝੰਡੇ ਪੁੰਗੇ ਜੁਗੋ ਜੁਗ ਅਟਲ, ਗੁੰਗਿਆਂ ਦਾ ਜ਼ਮਾਨਾ ਸੀ। ਗੁੰਗੇ ਕਿੱਥੇ ਸੀ? ਜਿੱਥੇ ਨਿਸ਼ਾਨ ਸਾਹਿਬ ਲੱਗਾ ਹੁੰਦਾ ਸੀ ਗੁੰਗਾ ਕਹਿੰਦੇ ਸੀ, ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ। ਫਿਰ ਹੌਲੀ ਹੌਲੀ ਇਹ ਗੁਰਦੁਆਰੇ ਕੱਚਿਆਂ ਤੋਂ ਪੱਕੇ ਹੋ ਗਏ। ਅੱਜ ਗੁਰਦੁਆਰਾ ਸ਼ਬਦ, ਨਗਰ ਕੀਰਤਨ ਸ਼ਬਦ ਕਿੰਨੇ ਪ੍ਰਚਲਿਤ ਨੇ। ਪਹਿਲਾਂ ਕੌਣ ਕਹਿੰਦਾ ਸੀ ਨਗਰ ਕੀਰਤਨ? ਅੱਜ ਤੋਂ 20 ਸਾਲ ਪਹਿਲਾਂ ਝਾਤ ਮਾਰ ਕੇ ਵੇਖੋ, ਲੋਕੀ ਕਹਿੰਦੇ ਸੀ ਜਲੂਸ ਨਿਕਲੇ ਆ। ਹੁਣ ਸਾਡੇ ਵਾਲਾ ਜਲੂਸ ਨਹੀਂ ਜਿਹੜਾ ਅਸੀਂ ਵਰਤਦੇ ਆ, ਇਹ ਫਾਰਸੀ ਦਾ ਸ਼ਬਦ, ਅਰਬੀ ਦਾ ਸ਼ਬਦ। ਜਲੂਸ ਤੋਂ ਭਾਵ ਝਾਕੀ ਨਿਕਲੀ ਹੈ, ਭਾਵ ਕਿਸੇ ਵੱਡੇ ਦੀ ਪਾਲਕੀ ਨਿਕਲੀ ਹੈ। ਕਿਉਂਕਿ ਪੰਜਾਬੀਆਂ ਦੇ ਸ਼ਬਦ ਬੜੇ ਅਵੱਲੇ ਨੇ। ਅਸੀਂ ਕਹਿੰਦੇ ਯਾਰ ਜਲੂਸ ਕੱਢ ਕੇ ਰੱਖ ਦਿੱਤਾ। ਜਲੂਸ ਨਹੀਂ, ਜਲੂਸ ਇੱਕ ਪਵਿੱਤਰ ਸ਼ਬਦ ਹੈ। ਇਹਦੀ ਫਿਰ ਹੇਰ ਫੇਰ ਹੋਈ, ਇਹਦਾ ਨਾਮ ਕੀ ਬਣਿਆ? ਨਗਰ ਕੀਰਤਨ। ਪਹਿਲਾਂ ਇਹ ਪ੍ਰਚਲਿਤ ਨਹੀਂ ਸੀ। ਇਸੇ ਤਰ੍ਹਾਂ ਸਿੱਖਾਂ ਦੇ ਦਰਬਾਰ ਸਜਦੇ ਸੀ, ਗੁਰਦੁਆਰੇ ਆ, ਨਾਮ ਚੇਂਜ ਹੋ ਗਿਆ, ਕਨਸੈਪਟ ਚੇਂਜ ਹੋ ਗਿਆ, ਪਰ ਗੱਲ ਉਹੀ ਹੈ। ਉਹਨਾਂ ਸਮਿਆਂ ਵਿੱਚ ਧਰਮਸ਼ਾਲਾ ਚੱਲਦੀ ਸੀ। ਭਾਈ ਗੁਰਦਾਸ ਲਿਖਦੇ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਗੁਸਵਾ। ਕਹਿੰਦੇ ਧਰਮਸ਼ਾਲਾ ਹੋਵੇ। ਧਰਮਸ਼ਾਲਾ ਕਿਹਨੂੰ ਕਹਿੰਦੇ? ਜਿੱਥੇ ਧਰਮ ਦੀ ਸ਼ਾਲ ਘਰ, ਗੁਰੂ ਘਰ ਕਹਿ ਲਓ ਅੱਜ ਦੀ ਸਮੇਂ ਵਿੱਚ, ਜਿੱਥੇ ਰੱਬ ਦਾ ਨਾਮ ਜਪਿਆ ਜਾਵੇ, ਜਿੱਥੇ ਸੇਵਾ ਸਿਮਰਨ ਦਾ ਉਪਦੇਸ਼ ਹੋਵੇ, ਜਿੱਥੇ ਬਹਿ ਕੇ ਭੁੱਖੇ ਨੂੰ ਭੋਜਨ, ਪਿਆਸੇ ਨੂੰ ਪਾਣੀ, ਨੰਗੇ ਨੂੰ ਕੱਪੜਾ, ਉਹ ਕੀ ਹੈ? ਧਰਮਸ਼ਾਲਾ। ਧਰਮ ਦੀ ਦੁਨੀਆ, ਧਰਮ ਦੀ ਥਾਂ, ਜਿਹਦੇ 4 ਦਰਵਾਜ਼ੇ ਨੇ। ਪਰ ਅੱਜ ਧਰਮਸ਼ਾਲਾ ਪਿੰਡਾਂ 'ਚ ਬਣੀਆਂ ਕਾਹਦੇ ਲਈ? ਹੁਣ ਤੇ ਬਰਾਤਾਂ ਵਾਲੇ ਨਹੀਂ ਜਾਂਦੇ ਉੱਥੇ, ਵੇਲੇ ਲੋਕ ਦਾਜ ਡੁੱਬਦੇ, ਕਹਿੰਦੇ ਆਹ ਧਰਮਸ਼ਾਲਾ। ਗੁਰੂ ਸਾਹਿਬ ਕਹਿੰਦੇ ਬਚਨ ਕਰੋ, ਧਰਮਸ਼ਾਲਾ ਬਣਾਓਗੇ, ਦੋਨੋਂ ਵੇਲੇ ਰੱਬ ਰੱਬ ਕਰੋਗੇ, ਨਾਮ ਜਪੋਗੇ, ਕੀਰਤਨ ਕਰੋਗੇ, ਕਹਿੰਦੇ ਸਭ ਕੁਝ। ਬਸ ਇਹਨਾਂ ਨੂੰ ਬਦਲ ਕਿਰਪਾ ਕਰਕੇ ਸਾਰਾ ਇਲਾਕਾ, ਸਾਰਾ ਸ਼ਹਿਰ ਇਹ ਪਾਪ ਤਿਆਗੇਗਾ। ਸਿੱਖ ਸੰਤਨ ਸੇਵੋ ਹੋਏ ਭਲੋ ਤੁਮ,
ਗਰੀਬ ਪਰ ਨਹਿ ਅੰਤ ਕਫਾਹੀ। ਗੁਰੂ ਸਾਹਿਬ ਆਖਣ ਲੱਗੇ ਕੋਈ ਸਾਧੂ ਫਕੀਰ ਆਵੇ, ਕਿਸੇ ਧਰਮ ਦਾ ਆਵੇ, ਕਿਸੇ ਕਰਮ ਦਾ ਆਵੇ, ਕੈਸਾ ਵੀ ਆਵੇ, ਕੋਈ ਗਰੀਬ ਆਵੇ, ਇਸ ਧਰਮਸ਼ਾਲਾ 'ਚ ਨਿਵਾਸ ਮਿਲਣਾ ਚਾਹੀਦਾ, ਸੇਵਾ ਹੋਣੀ ਚਾਹੀਦੀ, ਭੋਜਨ ਮਿਲਣਾ ਚਾਹੀਦਾ ਹੈ। ਗੁਰੂ ਸਾਹਿਬ ਜੀ ਦੇ ਵੇਲੇ ਨਾ ਜਿਹੜੀਆਂ ਧਰਮਸ਼ਾਲਾ ਕਾਹਦੇ ਲਈ ਹੁੰਦੀਆਂ ਸੀ, ਕੋਈ ਫਕੀਰ ਤੁਰਿਆ ਹੁੰਦਾ ਸੀ ਨਗਰ ਤੋਂ ਬਾਹਰ ਨਾ, ਉਹਨੂੰ ਪਤਾ ਸੀ ਵੀ ਧਰਮਸ਼ਾਲਾ 'ਚ ਰਾਤ ਬਿਸਤਰਾ ਮਿਲੂਗਾ, ਰੋਟੀ ਮਿਲੂ, ਭੋਜਨ ਪਾਣੀ ਮਿਲੂਗਾ, ਤੇ ਫਿਰ ਲੋਕ ਨਗਰ ਦੇ ਉੱਥੇ ਭੋਜਨ ਬਣਾ ਕੇ ਲੈ ਕੇ ਆਉਂਦੇ ਸੀ, ਛਕਾਉਂਦੇ ਸੀ, ਸੇਵਾ ਕਰਦੇ ਸੀ। ਗੁਰੂ ਸਾਹਿਬ ਕਹਿੰਦੇ ਤੁਹਾਡੇ ਕਿੱਥੇ ਕਾਮ ਵਰਤਿਆ ਹੋਵੇ, ਇੱਥੇ ਤੇ ਪਾਪ ਹੈ। ਜੇ ਕੋਈ ਪਰਦੇਸੀ ਆਉਂਦਾ ਹੈ ਔਰਤਾਂ ਨੂੰ ਜਿਸਮ ਕਰਕੇ ਵਰਤ ਲੈਂਦੀਆਂ, ਪਾਪ ਦਾ ਘੜਾ ਭੰਨ ਲੈਂਦੀਆਂ ਨੇ, ਭਾਈ ਇਹਨਾਂ ਦੀ ਬਿਰਤੀ ਬਦਲਾਓ, ਧਰਮਸ਼ਾਲਾ 'ਚ ਬਿਠਾਓ, ਬੰਦਗੀ ਕਰਾਓ, ਬੁਰੇ ਦਾ ਭਲਾ ਕਰਨ। ਗੁਰੂ ਸਾਹਿਬ ਕਹਿੰਦੇ ਫੇਰ ਇਹਨਾਂ ਦੀ ਦੇਹ ਬਦਲੀ ਜਾਏਗੀ। ਪਹਿਲਾਂ ਇਹ ਪ੍ਰਣ ਕਰੋ ਕਿ ਸਿੱਖੀ ਧਾਰਨ ਕਰੋ, ਚੰਗੇ ਕਰਮ ਕਰੋਗੇ। ਹੁਣ ਦੀਨ ਭਏ ਪਨਹੀ ਮੁਖ ਤੇ, ਤੁਮਰੇ ਅਨੁਸਾਰ ਬਿਨਾ ਹਮ ਨਾਹੀ। ਸਾਰਾ ਪਿੰਡ, ਸਾਰਾ ਸ਼ਹਿਰ ਕਾਮਰੂਪ ਦੇਸ਼ ਦਰ ਵਿੱਚ ਪਾ ਕੇ ਪੱਲੇ ਸਤਿਗੁਰਾਂ ਦੇ ਸਾਹਮਣੇ ਇਕੱਠੇ ਹੋ ਗਏ। ਕਹਿੰਦੇ ਮਾਲਕਾ ਜੋ ਕਹੋਗੇ ਉਹ ਹੀ ਕਰਾਂਗੇ, ਬਸ ਬਖਸ਼ ਲਓ। ਇਹ ਨਹੀਂ ਵੀ ਇਹਨਾਂ ਦੇ ਸਰੀਰ ਬਦਲਾਉਣੇ, ਉਹਨਾਂ ਨੂੰ ਆਪਣੇ ਕੀਤੇ ਤੇ ਪਛਤਾਤਾਪ ਹੈ, ਉਹਨਾਂ ਔਰਤਾਂ ਨੂੰ ਵੀ ਹੈ ਤੇ ਲੋਕਾਂ ਨੂੰ ਵੀ ਹੈ ਵੀ ਅਸੀਂ ਰੱਬ ਦੇ ਪਿਆਰੇ ਦਰਵੇਸ਼ਾਂ ਨਾਲ ਕੀ ਪਾਪ ਕਮਾਇਆ, ਕਿਹੜਾ ਕਰਮ ਕੀਤਾ ਹੈ। ਜਦੋਂ ਬਾਰ-ਬਾਰ ਤਰਲੇ ਕਰਦੇ ਆ, ਭਾਈ ਬਾਲਾ ਜੀ ਕਹਿੰਦੇ ਮੈਂ ਮਰਦ ਦੀ ਮਿਹਨਤ ਕੀਤੀ ਸੱਚੇ ਪਾਤਸ਼ਾਹ, ਇਹਨਾਂ ਤੇ ਤਰਸ ਕਰਦੇ ਹੋ। ਕਬਿਤ ਨਾਰ ਦੁਰਾਚਾਰ ਬਿਵਚਾਰਨ ਕੀ ਚਾਲ ਜਿਹੇ, ਸੋ ਤੋ ਦੁਖ ਦੇਨ ਹੂੰ ਕੇ ਜੋਗ ਮਨ ਜਾਣੀਏ। ਪ੍ਰਵਾਸ ਕਹਿੰਦੇ ਇਹਨਾਂ ਦੇ ਕਾਮ ਦੇ ਕੀਤੇ ਕਰਮਾਂ ਦਾ ਫਲ ਹੈ, ਕੀਤੇ ਪਾਪ ਕਮਾਏ ਦਾ ਇਹਨਾਂ ਨੂੰ ਮਿਲਿਆ ਫਲ ਹੈ। ਭਾਈ ਜੇ ਅੱਗੋਂ ਵੀ ਐਸੇ ਕਰਮ ਕਰਨਗੀਆਂ ਤੇ ਦੁੱਖ ਪਾਉਣਗੀਆਂ, ਛੱਡ ਦਿਓ ਇਹ ਪਾਪ ਦਾ ਝੋਲਾ, ਚੰਗੇ ਕਰਮ ਜੀਵਨ ਚ ਕਮਾਓ, ਨਾਮ ਜਪੋ, ਪੁੰਨ ਕਰੋ, ਦਾਨ ਕਰੋ। ਕਹਿੰਦੇ ਮਾਲਕ ਸਭ ਕੁਝ ਪ੍ਰਵਾਨ। ਗੁਰੂ ਸਾਹਿਬ ਕਹਿੰਦੇ ਲਕੀਰਾਂ ਕੱਢ ਦਿਓ ਵੀ ਅੱਜ ਤੋਂ ਬਾਅਦ ਕਿਸੇ ਪਰਦੇਸੀ ਤੇ ਕਿਸੇ ਗਰੀਬ ਉੱਤੇ ਅਤਿਆਚਾਰ ਨਹੀਂ ਕਰੋਗੇ। ਭਏ ਹੋ ਅਧੀਨ ਪੁੰਨ ਬੇਨਤੀ ਸੋ ਕੀਨ ਤੁਮ, ਜਾਤੇ ਹੋਏ ਨਾਰ ਤਨ ਇਨਕੇ ਪਰਮਾਨੀਏ। ਦੀਨ ਦੁਨੀਆ ਦੇ ਮਾਲਕ ਸਤਿਗੁਰ ਕਹਿੰਦੇ ਮੰਤਰ ਜੰਤਰ ਤੰਤਰ ਅੱਜ ਤੋਂ ਛੱਡ ਕੇ ਭਗਤੀ ਕਰੋਗੇ। ਕਹਿੰਦੇ ਸਤ ਵਚਨ। ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ ਸਾਡੇ ਗੜਬੇ ਦਾ ਜਲ ਲੈ, ਛਿੱਟਾ ਦੇ ਇਹਨਾਂ ਤੇ, ਰਸਨਾ ਤੋਂ ਵਾਹਿਗੁਰੂ ਗਏ। ਕਹਿੰਦੇ ਜਿਉ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਨੇ ਛਿੱਟਾ ਦਿੱਤਾ, ਧਰਤੀ ਤੇ ਪਸ਼ੂ ਬਣੀਆਂ, ਜਾਨਵਰ ਬਣੀਆਂ ਔਰਤਾਂ, ਮਨੁੱਖਾ ਸਰੀਰ ਵਿੱਚ ਆ ਕੇ ਚਰਨਾਂ ਤੇ ਡਿੱਗ ਕੇ ਪੁੱਪਾ ਮਾਰ ਕੇ ਰੋ ਪਈਆਂ। ਆਖੋ ਸਤਿਨਾਮ ਬਖਸ਼ ਲੈ ਦਾਤਿਆ। ਬੜੇ ਗੁਨਾਹ ਨੇ, ਬੜੇ ਐਬ ਨੇ, ਬੜੇ ਪਾਪ ਸਾਡੇ ਤੋਂ ਹੋਏ। ਗੁਰੂ ਸਾਹਿਬ ਜੀ ਨੇ ਨਜ਼ਰ ਭਰ ਕੇ ਵੇਖਿਆ, ਕਹਿੰਦੇ ਅੰਦਰੋਂ ਕਾਮ ਦੀ ਬਿਰਤੀ ਤੇ ਚੇਸ਼ਟਾ ਖਤਮ ਕਰ, ਉਹ ਵੱਡੀਆਂ ਵੱਡੀਆਂ ਜਾਦੂਗਰਨੀਆਂ ਭਗਤੀ ਵਾਲੀਆਂ ਹੋਈਆਂ, ਬੰਦਗੀ ਵਾਲੀਆਂ ਹੋਈਆਂ, ਕਾਮ ਕ੍ਰੋਧ ਲਾਲਚ ਛੱਡ ਕੇ ਉਹ ਧਰਮਸ਼ਾਲਾ ਵਿੱਚ ਸਾਧੂ ਬਣੀਆਂ, ਪਰਿਵਾਰ ਵਿੱਚ ਰਹਿੰਦੀਆਂ ਨੇ। ਸੋ ਜਿਵੇਂ ਜਿਵੇਂ ਮਹਾਰਾਜ ਕਿਰਪਾ ਕਰਨਗੇ ਇਸ ਯਾਤਰਾ ਨੂੰ ਆਪਾਂ ਆਉਣ ਵਾਲੇ ਦਿਨਾਂ ਵਿੱਚ ਸਰਵਣ ਕਰਾਂਗੇ। ਵਾਹਿਗੁਰੂ ਵਾਹਿਗੁਰੂ।